ਕਬੀਰ ਜੀ ਇਸ ਸ਼ਬਦ ਦੁਆਰਾ ਜੋ ਕਹਿ ਰਹੇ ਹਨ, ਜੋ ਉਹਨਾਂ ਦਾ ਭਾਵ ਹੈ, ਉਸ ਨੂੰ ਸਮਝਣਾ ਕਰੋ। ਕਬੀਰ ਜੀ ਇਹ ਕਹਿ ਰਹੇ ਹਨ, ਅੰਤਰ ਮੈਲ ਜੇ ਤੀਰਥ ਨਾਵੇ ਤਿਸ ਬੈਕੁੰਠ ਨਾ ਜਾਣਾ। ਕਿ ਅਗਰ ਅੰਦਰ ਮੈਲ ਹੋਵੇ ਤੇ ਤੀਰਥਾਂ 'ਤੇ ਇਸ਼ਨਾਨ ਕਰਕੇ ਇਹ ਮੈਲ ਉਤਰਦੀ ਨਹੀਂ ਹੈ। ਕਿਉਂਕਿ ਮੈਲ ਤਾਂ ਅੰਦਰ ਹੈ ਨਾ। ਜਲ ਕੈ ਮੱਜਨ ਜੇਗਤ ਹੋਵੇ ਨਿਤ ਨਿਤ ਮੇਂਢਕ ਨਾਵੇ। ਅੰਦਰੋਂ ਮੈਲ ਉਤਾਰਨੀ ਤੇ ਨਾ ਤਾਂ ਮੈਲ ਉਤਰਦੀ ਹੈ ਤੀਰਥਾਂ 'ਤੇ ਜਾ ਕੇ, ਨਾ ਹੀ ਫਿਰ ਮਨੋਂ ਕਠੋਰ ਮਰੈ ਬਨਾਰਸ ਨਰਕ ਨਾ ਬਾਂਚਿਆ ਜਾਏ। ਵੀ ਅੰਦਰੋਂ ਅਗਰ ਕਠੋਰ ਹੈ ਆਦਮੀ ਤੇ ਧਾਰਮਿਕ ਸਥਾਨ 'ਤੇ ਵੀ ਮਰ ਗਿਆ ਤੇ ਕਠੋਰਤਾ ਦੇ ਉਹਦੇ ਨਾਲ ਹੀ ਜਾਵੇਗੀ ਨਾ। ਹੰਕਾਰ ਹੈ ਕਠੋਰਤਾ, ਹੰਕਾਰ ਦੀ ਖਾਤਰ ਆਦਮੀ ਮਰ ਰਿਹਾ ਹੈ। ਮੈਂ ਦੀ ਖਾਤਰ ਮਰਦਾ ਹੈ ਆਦਮੀ, ਤੇ ਮੈਂ ਤੇ ਨਾਲ ਹੀ ਰਹਿ ਗਈ ਨਾ। ਮਨੋਂ ਕਠੋਰ ਮਰੈ ਬਨਾਰਸ ਨਰਕ ਨਾ ਬਾਂਚਿਆ ਜਾਏ। ਨਰਕ ਤੋਂ ਬਚ ਨਹੀਂ ਸਕਦਾ ਅਗਰ ਕੋਈ ਕਠੋਰ ਹੈ। ਜ਼ਿਆਦਾਤਰ ਧਾਰਮਿਕ ਲੋਕ ਕਠੋਰ ਹੁੰਦੇ ਹਨ ਤੇ ਕਠੋਰਤਾ ਦੀ ਖਾਤਰ ਹੀ ਧਾਰਮਿਕ ਸਥਾਨਾਂ ਵਾਸਤੇ ਲੜਦੇ ਹਨ। ਮੇਰਾ ਸਥਾਨ ਹੈ, ਮੈਂ ਧਾਰਮਿਕ ਹਾਂ, ਮੇਰਾ ਪੰਥ ਹੈ, ਮੈਂ ਪੰਥ ਵਾਸਤੇ ਲੜਨਾ ਹੈ। ਤੋ ਉਸੇ ਹੰਕਾਰ ਦੀ ਖਾਤਰ ਹੀ ਆਦਮੀ ਲੜਦਾ ਵੀ ਹੈ ਧਰਮ ਵਾਸਤੇ, ਧਾਰਮਿਕ ਸਥਾਨਾਂ ਵਾਸਤੇ। ਮੈਂ ਆਪਣੇ ਧਰਮ ਨੂੰ ਬਚਾਉਣਾ ਹੈ, ਆਪਣੇ ਧਾਰਮਿਕ ਸਥਾਨ ਨੂੰ ਬਚਾਉਣਾ ਹੈ। ਤਾਂ ਮੈਂ ਦੀ ਖਾਤਰ ਆਦਮੀ ਮਰਨ ਨੂੰ ਵੀ ਤਿਆਰ ਹੋ ਜਾਂਦਾ ਹੈ। ਵੀ ਅਗਰ ਮਰ ਵੀ ਗਿਆ ਤੇ ਲੋਕ ਸ਼ਹੀਦ ਸਮਝਣਗੇ ਵੀ ਦੇਖੋ ਕਿੰਨਾ ਧਾਰਮਿਕ ਆਦਮੀ ਸੀ, ਧਾਰਮਿਕ ਸਥਾਨ ਵਾਸਤੇ ਲੜ ਕੇ ਮਰ ਗਿਆ। ਤੇ ਲੋਕ ਤਾਰੀਫ ਕਰਨਗੇ ਨਾ। ਇਵੇਂ ਹੀ ਲੋਕ ਕਰਦੇ ਵੀ ਹਨ। ਤਦੇ ਧਾਰਮਿਕ ਸਥਾਨਾਂ ਵਾਸਤੇ ਲੜਾਈਆਂ ਵੀ ਹੁੰਦੀਆਂ ਹਨ, ਝਗੜੇ ਵੀ ਹੁੰਦੇ ਹਨ। ਤੇ ਜਿਹੜਾ ਝਗੜ ਰਿਹਾ ਹੈ ਧਾਰਮਿਕ ਸਥਾਨ ਵਾਸਤੇ, ਉਹ ਤੇ ਸਥਾਨ ਵਾਸਤੇ ਝਗੜ ਰਿਹਾ ਹੈ। ਹਾਂ ਮੇਰਾ ਹੈ, ਜਿਵੇਂ ਕੋਈ ਮੇਰੀ ਜ਼ਮੀਨ ਕਹਿ ਦਿੰਦਾ ਹੈ ਤੇ ਜ਼ਮੀਨ ਦੀ ਖਾਤਰ ਲੜਦਾ ਹੈ। ਤੇ ਧਾਰਮਿਕ ਸਥਾਨ ਵੀ ਜ਼ਮੀਨ 'ਤੇ ਬਣਿਆ ਹੋਇਆ ਹੈ, ਉੱਥੇ ਵੀ ਮੈਂ ਜੁੜੀ ਹੋਈ ਹੈ ਮਮਤਾ। ਤੇ ਮਮਤਾ ਹੀ ਤਾਂ ਮੈਲ ਹੈ। ਤੇ ਮੈਲ ਹੀ ਨਹੀਂ ਉਤਰੀ ਹੈ ਪਹਿਲਾਂ, ਤੇ ਕਠੋਰਤਾ ਤੇ ਬਾਅਦ ਦੇ ਵਿੱਚ ਜਾਵੇਗੀ। ਤੇ ਲੋਕ ਧਾਰਮਿਕ ਸਥਾਨਾਂ ਦੇ ਨਾਲ ਵੀ ਵੈਸੇ ਹੀ ਮਮਤਾ ਰੱਖਦੇ ਹਨ, ਜੈਸੀ ਆਪਣੇ ਪਰਿਵਾਰ ਦੇ ਨਾਲ ਰੱਖਦੇ ਹਨ, ਆਪਣੀ ਜਾਇਦਾਦ ਦੇ ਨਾਲ ਰੱਖਦੇ ਹਨ। ਜਾਇਦਾਦ ਨੂੰ ਅਗਰ ਕੋਈ ਨੁਕਸਾਨ ਪਹੁੰਚਾਵੇ ਤੇ ਆਦਮੀ ਕਿੰਨਾ ਕ੍ਰੋਧਿਤ ਹੋ ਜਾਂਦਾ। ਇੱਦਾਂ ਹੀ ਧਾਰਮਿਕ ਲੋਕ ਹੁੰਦੇ, ਮੋਹ ਮਮਤਾ ਕਰਕੇ ਮੇਰਾ ਹੈ। ਤਾਂ ਉੱਥੇ ਸਾਡਾ ਕਹਿ ਦਿੰਦੇ ਹਨ, ਇਸ ਕਰਕੇ ਬਹੁਤ ਸਾਰੇ ਧਾਰਮਿਕ ਲੋਕ ਇਕੱਠੇ ਹੋ ਜਾਂਦੇ ਹਨ। ਤੇ ਹੰਕਾਰ ਦਿਖਾਈ ਨਹੀਂ ਦਿੰਦਾ ਹੈ, ਮਮਤਾ ਦਿਖਾਈ ਨਹੀਂ ਦਿੰਦਾ। ਮਮਤਾ ਉਹੋ ਹੀ ਹੈ ਜਿਹੜੀ ਸੰਸਾਰ ਦੇ ਨਾਲ ਲੱਗੀ ਹੋਈ, ਉਹੋ ਹੀ ਧਰਮ ਦੇ ਨਾਲ ਲੱਗ ਜਾਂਦੀ। ਮਮਤਾ ਮੈਲ ਹੈ। ਕਬੀਰ ਜੀ ਕਹਿੰਦੇ ਅੰਦਰ ਤੇ ਮੈਲ ਹੈ ਤੇ ਤੀਰਥਾਂ 'ਤੇ ਇਸ਼ਨਾਨ ਕਰਕੇ ਨਹੀਂ ਲਵੇਗੀ। ਅੰਦਰ ਕਠੋਰਤਾ ਹੈ ਤੇ ਧਾਰਮਿਕ ਸਥਾਨ ਵਾਸਤੇ ਮਰ ਵੀ ਗਏ ਜਾਂ ਧਾਰਮਿਕ ਸਥਾਨ 'ਤੇ ਵੀ ਜਾ ਕੇ ਮਰ ਜਾਓਗੇ ਤੁਸੀਂ,
ਵੀ ਮੈਂ ਦੇਖੋ ਆਪਣੇ ਆਪ ਆਪਣੇ ਧਾਰਮਿਕ ਸਥਾਨ 'ਤੇ ਮਰਨ ਲੱਗਾ, ਹੈ ਕੋਈ ਮੇਰੇ ਵਰਗਾ ਮਰ ਕੇ ਦਿਖਾ ਲੈ। ਤੋ ਹੰਕਾਰ ਤੇ ਉਹ ਹੀ, ਕਠੋਰਤਾ ਤੇ ਉਹ ਹੀ। ਤੇ ਨਾ ਹੀ ਫਿਰ ਕਬੀਰ ਜੀ ਕਹਿੰਦੇ ਹਨ ਵੀ ਵੇਦ ਸ਼ਾਸਤਰ ਪੜ੍ਹ ਕੇ ਕੋਈ ਮੁਕਤ ਹੋ ਸਕਦਾ ਹੈ। ਦਿਨਸ ਨਾਰਾਇਣ ਵੇਦ ਨਹੀਂ ਸ਼ਾਸਤਰ, ਤਹਾਂ ਵਸੇ ਨਿਰੰਕਾਰ। ਕਈ ਸ਼ਾਸਤਰੀ ਪੜ੍ਹਦੇ ਰਹਿੰਦੇ ਹਨ। ਪੁਰਾਣੇ ਸਮਿਆਂ 'ਚ ਤਾਂ ਪੜ੍ਹਦੇ ਸੀ, ਬਹੁਤ ਪੜ੍ਹਦੇ ਸੀ, ਬਹੁਤ ਵਿਚਾਰਦੇ ਸੀ। ਅਤੇ ਬਾਬੇ ਨਾਨਕ ਨੇ ਮਨ੍ਹਾ ਕੀਤਾ ਸੀ ਵੀ ਪੜ੍ਹਨ ਦੇ ਨਾਲ ਕੁਛ ਨਹੀਂ ਹੋਣਾ, ਵਿਚਾਰਨ ਦੇ ਨਾਲ ਕੁਛ ਨਹੀਂ ਹੋਣਾ। ਪੜ੍ਹ ਕੇ ਥੋੜ੍ਹੀ ਪੜ੍ਹ ਗੱਡੀ ਲੱਦੀ। ਅਤੇ ਵੇਦਾਂ ਸ਼ਾਸਤਰਾਂ ਦੇ ਵਿੱਚ ਪਰਮਾਤਮਾ ਨਹੀਂ ਹੈ। ਵੇਦਾਂ ਸ਼ਾਸਤਰਾਂ ਦੁਆਰਾ ਪਰਮਾਤਮਾ ਵੱਲ ਜਾਇਆ ਜਾ ਸਕਦਾ ਹੈ। ਅਤੇ ਬਹੁਤੇ ਧਾਰਮਿਕ ਲੋਕ ਸ਼ਾਸਤਰੀ ਪੜ੍ਹਦੇ ਰਹਿੰਦੇ ਹਨ, ਵਿਚਾਰਦੇ ਰਹਿੰਦੇ ਹਨ, ਸਮਝਦੇ ਰਹਿੰਦੇ ਹਨ ਅਤੇ ਸਮਝਾਉਂਦੇ ਰਹਿੰਦੇ ਹਨ। ਪਰਮਾਤਮਾ ਸਮਝ ਦਾ ਵਿਸ਼ਾ ਥੋੜ੍ਹੀ। ਅਤੇ ਕਬੀਰ ਜੀ ਇਹ ਕਹਿ ਰਹੇ ਹਨ, ਰਹਾਉ ਵਾਲੀਆਂ ਪੰਗਤੀਆਂ ਜਿਹੜੀਆਂ ਹਨ ਨਾ, ਉਹਨਾਂ ਦੇ ਵਿੱਚ ਕੇਂਦਰੀ ਭਾਵ ਹੁੰਦਾ ਹੈ ਸ਼ਬਦ ਦਾ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਕਹਿੰਦੇ ਹਨ ਅਗਰ ਇਸ਼ਨਾਨ ਹੀ ਕਰਨਾ ਹੈ ਨਾ, ਤੇ ਗੁਰੂ ਦੀ ਸੇਵਾ ਦੁਆਰਾ ਇਸ਼ਨਾਨ ਹੋਵੇਗਾ। ਸਾਚਾ ਨਾਵਣ, ਸੱਚਾ ਨਹਾਉਣਾ, ਵਾਸਤਵਿਕ ਦੇ ਵਿੱਚ ਨਹਾਉਣਾ, ਵਾਸਤਵਿਕ ਦੇ ਇਸ਼ਨਾਨ ਗੁਰੂ ਚਰਨਾਂ ਦੇ ਵਿੱਚ ਹੀ ਹੁੰਦਾ ਹੈ। ਤੁਸੀਂ ਇਉਂ ਸਮਝ ਲਵੋ, ਗੁਰੂ ਅੰਗਦ ਦੇਵ ਜੀ ਤੀਰਥਾਂ 'ਤੇ ਜਾਂਦੇ ਸਨ। ਤੀਰਥ ਯਾਤਰਾ ਕਰਦੇ ਸਨ। ਤਾਂ ਉਹਨਾਂ ਨੂੰ ਜਦੋਂ ਸਮਝ ਆਈ ਗੱਲ ਵੀ ਤੀਰਥਾਂ 'ਤੇ ਜਾ ਕੇ ਤਾਂ ਮੈਲ ਲੈ ਨਹੀਂ ਰਹੀ, ਤੇ ਉਹਨਾਂ ਨੇ ਗੁਰੂ ਦੇ ਚਰਨ ਫੜੇ, ਚਰਨਾਂ ਦੇ ਵਿੱਚ ਰਹਿ ਕੇ ਸੇਵਾ ਕੀਤੀ। ਅਤੇ ਸਿੱਖ ਪ੍ਰਚਾਰਕ ਸੋਚਦੇ ਹਨ, ਖਿਆਲ ਵਿੱਚ ਰੱਖਿਓ ਇਹ ਬੜੀ ਗੱਲ ਜਟਲ ਹੈ। ਉਹ ਸੋਚਦੇ ਹਨ ਵੀ ਦੂਸਰਿਆਂ ਦੇ ਧਾਰਮਿਕ ਸਥਾਨਾਂ 'ਤੇ ਕੁਝ ਨਹੀਂ ਹੈ, ਹਿੰਦੂਆਂ ਦੇ ਧਾਰਮਿਕ ਸਥਾਨਾਂ 'ਤੇ ਕੁਝ ਨਹੀਂ ਹੈ, ਮੁਸਲਮਾਨਾਂ ਦੇ ਧਾਰਮਿਕ ਸਥਾਨਾਂ 'ਤੇ ਕੁਝ ਨਹੀਂ, ਵੀ ਸਾਡੇ ਧਾਰਮਿਕ ਸਥਾਨ 'ਤੇ ਤਾਂ ਸਾਡਾ ਗੁਰੂ ਹੈ। ਅਤੇ ਸਾਡਾ ਧਾਰਮਿਕ ਸਥਾਨ ਪਵਿੱਤਰ ਹੈ। ਖਿਆਲ ਵਿੱਚ ਰੱਖਿਓ, ਜਿਹੜਾ ਵੀ ਧਾਰਮਿਕ ਆਦਮੀ ਜਿਹੜੇ ਵੀ ਧਰਮ ਨਾਲ ਜੁੜਿਆ ਹੋਇਆ ਹੈ, ਉਹਨੂੰ ਓਨਾ ਹੀ ਧਾਰਮਿਕ ਸਥਾਨ ਪਿਆਰਾ ਹੈ ਜਿੰਨਾ ਤੁਹਾਨੂੰ ਹੈ। ਉਹ ਉੱਦਾਂ ਹੀ ਮੋਹ ਮਮਤਾ ਕਰਦਾ ਹੈ ਜਿਵੇਂ ਤੁਸੀਂ ਕਰਦੇ ਹੋ। ਜਿਵੇਂ ਸਿੱਖਾਂ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਪਿਆਰਾ ਹੈ, ਇੱਦਾਂ ਹੀ ਮੁਸਲਮਾਨਾਂ ਨੂੰ ਪਿਆਰਾ ਹੈ ਕਾਬਾ, ਇੱਦਾਂ ਹਿੰਦੂਆਂ ਨੂੰ ਕਾਸ਼ੀ ਪਿਆਰੀ ਹੈ। ਧਾਰਮਿਕ ਸਥਾਨ 'ਤੇ ਉੱਦਾਂ ਹੀ ਪਿਆਰੇ ਹੁੰਦੇ ਹਨ, ਅਤੇ ਉੱਦਾਂ ਹੀ ਆਦਮੀ ਜੁੜਿਆ ਹੁੰਦਾ ਹੈ। ਅਤੇ ਹਰ ਇੱਕ ਸੋਚਦਾ ਹੈ ਵੀ ਮੇਰਾ ਧਾਰਮਿਕ ਸਥਾਨ ਠੀਕ ਹੈ, ਮੇਰਾ ਧਰਮ ਠੀਕ ਹੈ, ਮੈਂ ਠੀਕ ਹਾਂ। ਇਹੋ ਹੀ ਤਾਂ ਧਾਰਮਿਕ ਆਦਮੀ ਦੀ ਸੋਚ ਹੈ ਨਾ। ਫਿਰ ਪ੍ਰਚਾਰ ਵੀ ਵੈਸਾ ਹੀ ਕਰਦੇ ਹਨ, ਉਹ ਵੀ ਬਾਹਰ ਮੁਖੀ ਹਨ, ਉਹ ਵੀ ਧਾਰਮਿਕ ਸਥਾਨਾਂ ਨਾਲ ਜੁੜੇ ਹੋਏ ਹਨ ਅਤੇ ਧਾਰਮਿਕ ਸਥਾਨਾਂ ਨਾਲ ਜੋੜਦੇ ਹਨ। ਉਹਨਾਂ ਨੂੰ ਵੀ ਨਹੀਂ ਪਤਾ। ਫਿਰ ਗੁਰੂ ਅਮਰਦਾਸ ਜੀ ਤੀਰਥਾਂ 'ਤੇ ਇਸ਼ਨਾਨ ਕਰਨ ਜਾਂਦੇ ਸਨ। ਕਿੰਨੀ ਵਾਰ ਗਏ ਹਨ ਗੰਗਾ। ਅਤੇ ਐਸਾ ਨਹੀਂ ਉਹ ਤੀਰਥ ਮਾੜਾ ਹੈ। ਹੁਣ ਸਿੱਖ ਪ੍ਰਚਾਰ ਕਰੀ ਜਾਂਦੇ ਹਨ, ਉਸ ਸਮੇਂ ਤਾਂ ਸਾਰੇ ਹੀ ਜਾਂਦੇ ਸਨ ਅਤੇ ਪਵਿੱਤਰ ਸਥਾਨ ਮੰਨਿਆ ਜਾਂਦਾ ਸੀ ਹਰਿਦੁਆਰ।
ਉਹਨਾਂ ਨੂੰ ਵੀ ਤੀਰਥਾਂ 'ਤੇ ਜਾ ਜਾ ਕੇ ਪਤਾ ਲੱਗਾ ਵੀ ਬਿਨਾਂ ਗੁਰੂ ਦੀ ਪ੍ਰਾਪਤੀ ਤੋਂ ਇਹ ਅੰਦਰ ਦੀ ਮੈਲ ਲੱਥਣੀ ਨਹੀਂ ਹੈ। ਫਿਰ ਉਹ ਗੁਰੂ ਚਰਨਾਂ ਦੇ ਵਿੱਚ ਆਣ ਕੇ ਟਹਿ ਪਏ। ਫਿਰ ਦੇਖੋ ਤੁਸੀਂ ਗੁਰੂ ਮੈਲ ਕਿਵੇਂ ਲਾਉਂਦਾ ਹੈ। ਮੈਲ ਹੈ ਮਮਤਾ ਦੀ, ਤੇ ਮਮਤਾ ਦੀ ਮੈਲ ਲਈ ਕਿਵੇਂ ਲਈ? ਗੁਰੂ ਅਮਰਦਾਸ ਜੀ ਨੂੰ ਸੇਵਾ ਦੇ ਵਿੱਚ ਲਾ ਦਿੱਤਾ। ਫਿਰ ਗੁਰੂ ਅਮਰਦਾਸ ਜੀ ਇੱਕ ਤਾਂ ਉਮਰ 'ਚ ਵੱਡੇ ਸਨ, ਦੂਸਰਾ ਰਿਸ਼ਤੇਦਾਰੀ ਸੀ, ਅਤੇ ਰਿਸ਼ਤੇਦਾਰੀ ਵੀ ਐਸੀ ਵੀ ਐਸੇ ਰਿਸ਼ਤੇਦਾਰ ਨੂੰ ਲੋਕ ਜਿਹੜੇ ਹਨ ਨਾ ਉੱਪਰ ਬਿਠਾਉਂਦੇ ਹਨ, ਸਤਿਕਾਰ ਕਰਦੇ ਹਨ। ਪਰ ਉੱਥੇ ਸਤਿਕਾਰ ਨਹੀਂ ਹੋਇਆ, ਉੱਥੇ ਨਿਰਾਦਰ ਹੋਇਆ, ਅਪਮਾਨ ਹੋਇਆ। ਉਹਨਾਂ ਨੂੰ ਪਾਣੀ ਢੋਣ 'ਤੇ ਲਾਤਾ, ਉਹਨਾਂ ਨੂੰ ਲੱਕੜਾਂ ਢੋਣ 'ਤੇ ਲਾਤਾ, ਅਤੇ ਸਾਰੇ ਲੋਕ ਹੀ ਨਿਰਾਦਰ ਕਰਨ ਲੱਗ ਪਏ, ਅਪਸ਼ਬਦ ਬੋਲਣ ਲੱਗ ਪਏ। ਦੇਖੋ ਆਮ ਸਧਾਰਨ ਇੱਕ ਜੁਲਾਹਾ ਵੀ ਉਹਨਾਂ ਨੂੰ ਅਮਰੀ ਨਥਾਵਾਂ ਕਹਿ ਰਿਹਾ ਹੈ। ਜਦੋਂ ਆਮ ਸਧਾਰਨ ਆਦਮੀ ਇੱਦਾਂ ਕਹਿ ਰਿਹਾ ਤਾਂ ਬਾਕੀ ਕਿਵੇਂ ਨਾ ਕਹਿੰਦੇ ਹੋਣਗੇ, ਅਤੇ ਹਰ ਜਗ੍ਹਾ ਹੀ ਉਹਨਾਂ ਦੀ ਬੇਇੱਜ਼ਤੀ ਹੁੰਦੀ ਹੋਵੇਗੀ ਵੀ ਕੁੜਮਾਂ ਦੇ ਘਰ ਜਾ ਕੇ ਤੂੰ ਪਾਣੀ ਢੋ ਰਿਹਾ, ਤੈਨੂੰ ਸ਼ਰਮ ਨਹੀਂ ਆਉਂਦੀ, ਤੈਨੂੰ ਹਿਆ ਨਹੀਂ। ਕਿੰਨੇ ਰਿਸ਼ਤੇਦਾਰ ਨਾ ਮਿਹਣੇ ਮਾਰਦੇ ਹੋਣ। ਇੱਦਾਂ ਮੈਲ ਲੈਂਦੀ, ਸਾਰੇ ਰਿਸ਼ਤੇਦਾਰ ਹੀ ਉਹਨਾਂ ਤੋਂ ਨਾਰਾਜ਼ ਹੋ ਗਏ ਹੋਣੇ। ਸਾਰੇ ਸਿੱਖ ਥੋੜ੍ਹੀ ਸੀ, ਉਹ ਹਿੰਦੂ ਸਨ, ਅਤੇ ਹਿੰਦੂ ਤਾਂ ਪਹਿਲਾਂ ਹੀ ਲੱਗਦੇ ਸਨ, ਅਤੇ ਹੋਰ ਨਾਰਾਜ਼ ਹੋ ਗਏ ਹੋਣਗੇ। ਅਤੇ ਸਾਰੇ ਹੀ ਰਿਸ਼ਤੇਦਾਰ ਉਹਨਾਂ ਤੋਂ ਮੁੱਖ ਮੋੜ ਲਿਆ ਹੋਵੇਗਾ। ਸਖਾਲਾ ਨਹੀਂ ਹੈ ਅੰਦਰ ਦੀ ਮੈਲ ਨੂੰ ਲਾਉਣਾ। ਗੁਰੂ ਖੁਰਚ ਖੁਰਚ ਕੇ ਲਾਉਂਦਾ ਹੈ ਮੈਲ। ਬੜੀ ਤਕਲੀਫ ਹੁੰਦੀ ਹੈ, ਤਕਲੀਫ ਸਹਿਣੀ ਬੜੀ ਕਠਿਨ ਹੈ। ਗੁਰੂ ਦੇ ਹੱਥਾਂ ਦੇ ਵਿੱਚ ਆਪਣੇ ਆਪ ਨੂੰ ਦੇਣਾ ਇਸੇ ਕਰਕੇ ਕਠਿਨ ਹੈ। ਗੁਰੂ ਕੋਲ ਬਹੁਤ ਘੱਟ ਲੋਕ ਜਾਂਦੇ ਹਨ, ਵਾਸਤਵਿਕ ਗੁਰੂ ਕੋਲ। ਖਿਆਲ ਵਿੱਚ ਰੱਖਿਓ, ਜਿਹੜਾ ਮੈਲ ਲਾਉਂਦਾ ਹੈ। ਜਿਹੜੇ ਤਾਂ ਸਵਾਰਥੀ ਹਨ ਉਹਨਾਂ ਨੂੰ ਤਾਂ ਮਤਲਬ ਨਹੀਂ ਹੈ, ਉਹ ਕਹਿੰਦੇ ਹਨ ਸਾਡੇ ਨਾਲ ਜੁੜੇ ਰਹਿਣ, ਅਤੇ ਆਪਣੇ ਸਿੱਖ ਸ਼ਰਧਾਲੂਆਂ ਦੀ ਖੁਸ਼ਾਮਦ ਕਰਦੇ ਰਹਿੰਦੇ ਆ, ਤਾਂ ਉਹਨਾਂ ਨੂੰ ਖੁਸ਼ ਰੱਖਦੇ ਹਨ, ਜੁੜੇ ਰਹਿਣ, ਸਾਡਾ ਕੰਮ ਚੱਲਦਾ ਰਹੇ, ਅਤੇ ਉਹਨਾਂ ਦਾ ਵੀ ਚਲਾਉਂਦੇ ਰਹਿੰਦੇ। ਪਰ ਜਿਹੜੇ ਵਾਸਤਵਿਕ ਦੇ ਵਿੱਚ ਜਾਣਦੇ ਹਨ, ਜਿਨ੍ਹਾਂ ਨੂੰ ਬਾਹਰੋਂ ਕੋਈ ਸਵਾਰਥ ਨਹੀਂ ਹੈ, ਤਾਂ ਉਹ ਫਿਰ ਅੰਦਰ ਦੀ ਮੈਲ ਲਾਉਂਦੇ ਹਨ। ਜਿਨ੍ਹਾਂ ਨੂੰ ਮਤਲਬ ਹੀ ਨਹੀਂ ਹੈ ਬਾਹਰੋਂ, ਕੋਈ ਲੋੜ ਹੀ ਨਹੀਂ ਹੈ ਕਿਸੇ ਦੀ, ਕੁਛ ਚਾਹੀਦਾ ਹੀ ਨਹੀਂ ਹੈ ਕਿਸੇ ਕੋਲ, ਉਹ ਹੀ ਮੈਲ ਲਾ ਸਕਦਾ। ਜਿਹੜਾ ਨਿਰਪੇਕਸ਼ ਹੈ, ਜਿਹੜਾ ਨਿਰਮਲ ਹੈ, ਉਹ ਹੀ ਮੁਕਤ ਹੈ, ਤੋ ਦੂਸਰੇ ਨੂੰ ਮੁਕਤ ਕਰਦਾ ਹੈ। ਅਤੇ ਮੁਕਤੀ ਵਾਸਤੇ ਪਹਿਲਾਂ ਮੈਲ ਲਾਉਂਦਾ ਹੈ, ਅਤੇ ਮੈਲ ਜਦੋਂ ਲਾਈ ਜਾਂਦੀ ਹੈ ਨਾ, ਅਤੇ ਖੁਰਚ ਖੁਰਚ ਕੇ, ਜਿਵੇਂ ਤੁਸੀਂ ਇਉਂ ਸਮਝ ਲਵੋ ਵੀ ਇੱਕ ਮਕਾਨ ਨੂੰ ਮੈਲ ਲੱਗੀ ਹੋਈ ਹੈ, ਅਤੇ ਪਾਣੀ ਨਾਲ ਲੱਥਦੇ ਨਹੀਂ, ਧੋਤਿਆਂ ਲੱਥਦੇ ਨਹੀਂ, ਇਸ਼ਨਾਨ ਕੀਤਿਆਂ ਦੇ ਲੱਥੇ ਨਹੀਂ। ਮੈਲ ਬੜੇ ਚਿਰ ਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਆ ਸੇ ਬੜਾ ਕਾਲਾ ਹੋ ਗਿਆ, ਹੁਣ ਲੈਂਦੀ ਨਹੀਂ ਪਾਣੀ ਨੂੰ। ਫਿਰ ਗੁਰੂ ਖੁਰਚ ਖੁਰਚ ਕੇ ਲਾਉਂਦਾ ਹੈ। ਜਦੋਂ ਖੁਰਚਦਾ ਹੈ ਨਾ, ਫਿਰ ਤਕਲੀਫ ਹੁੰਦੀ ਹੈ, ਅਤੇ ਗੁਰੂ ਦੇ ਉਪਦੇਸ਼ ਨੂੰ ਸੁਣਨਾ ਵੀ ਕਠਿਨ ਹੈ। ਜੀਵਤ ਨੂੰ ਖਿਆਲ ਵਿੱਚ ਰੱਖਣਾ, ਉਹਨਾਂ ਦੇ ਸ਼ਬਦ ਜਿਹੜੇ ਹੁੰਦੇ ਹਨ ਨਾ,
ਉਹ ਜਿਵੇਂ ਜਲਦੇ ਹੋਏ ਅੰਗਾਰੇ ਦੀ ਤਰ੍ਹਾਂ ਹੁੰਦੇ ਹਨ, ਪ੍ਰਜਵਲਿਤ ਹੁੰਦੇ ਹਨ, ਬਿਲਕੁਲ ਤਾਜ਼ੇ ਹੁੰਦੇ ਹਨ। ਤਾਂ ਉਹਨਾਂ ਨੂੰ ਸਹਾਰਨਾ ਬਹੁਤ ਕਠਿਨ ਹੈ। ਤੇ ਬਹੁਤ ਕਠਿਨਾਈ ਹੁੰਦੀ ਹੈ ਜਦੋਂ ਮੈਲ ਲੈਂਦੀ। ਕੋਈ ਸਿਖਾਲਾ ਨਹੀਂ ਰਿਹਾ ਹੋਵੇਗਾ ਗੁਰੂ ਅਮਰਦਾਸ ਜੀ ਨੂੰ, ਪਰ ਉਹ ਗਏ ਨਹੀਂ ਗੁਰੂ ਚਰਨਾਂ ਨੂੰ ਛੱਡ ਕੇ, ਕੁਰਬਾਨ ਕਰ ਦਿੱਤਾ ਆਪਣਾ। ਫਿਰ ਪਹਿਲਾਂ ਮੈਲ ਲੈਂਦੀ ਹੈ। ਕਬੀਰ ਜੀ ਕਹਿੰਦੇ ਹਨ, ਅੰਤਰ ਮੈਲ ਜੇ ਤੀਰਥ ਨਾ ਆਵੇ ਤਿਸ ਬੈਕੁੰਠ ਨਾ ਜਾਣ। ਪਹਿਲਾਂ ਤਾਂ ਮੈਲ ਰਹਿੰਦੀ ਹੈ, ਉੱਪਰ ਮੈਲ ਹੈ। ਫਿਰ ਮਨੋਂ ਕਠੋਰ, ਜਿਵੇਂ ਇਵੇਂ ਸਮਝ ਲਵੋ ਬਰਫ਼ ਦਾ ਡਲਾ ਹੈ, ਉਹਦੇ ਉੱਪਰ ਪਰਤ ਹੈ ਮੈਲ ਦੀ ਲੱਗੀ ਹੋਈ, ਬਹੁਤ ਮੋਟੀ। ਪਹਿਲਾਂ ਉਹ ਲਾਉਣੀ ਹੈ, ਫਿਰ ਉਹ ਜਿਹੜਾ ਬਰਫ਼ ਦਾ ਡਲਾ ਹੈ ਕਠੋਰ, ਫਿਰ ਉਹ ਪਿਘਲਦਾ ਹੈ। ਜਿੰਨਾ ਚਿਰ ਮੈਲ ਨਹੀਂ ਨਾ ਲੈਂਦੀ ਹੈ ਉੱਪਰੋਂ, ਉਨਾ ਚਿਰ ਵੈਰਾਗ ਨਹੀਂ ਪੈਦਾ ਹੁੰਦਾ ਹੈ। ਥੋੜ੍ਹੀ ਜਿਹੀ ਮੈਲ ਰਵੇਗੀ, ਮਮਤਾ ਘੱਟ ਹੋਵੇਗੀ, ਮਮਤਾ ਦੀ ਹੀ ਮੈਲ ਹੈ, ਮੋਹ ਦੀ ਹੀ ਮੈਲ ਹੈ। ਇਹ ਮੈਲ ਲਵੇਗੀ, ਫਿਰ ਥੋੜ੍ਹੀ ਜਿਹੀ ਬਰਫ਼ ਪਿਘਲਣੀ ਸ਼ੁਰੂ ਹੁੰਦੀ ਹੈ। ਫਿਰ ਆਦਮੀ ਥੋੜ੍ਹਾ ਜਿਹਾ ਕੋਮਲ ਹੁੰਦਾ ਹੈ, ਵੈਰਾਗ ਪੈਦਾ ਹੁੰਦਾ ਹੈ। ਫਿਰ ਉਹਦਾ ਹੰਕਾਰ ਤਰਲ ਹੋ ਜਾਂਦਾ ਹੈ ਪਾਣੀ ਦੀ ਤਰ੍ਹਾਂ। ਜਦੋਂ ਪਾਣੀ ਦੀ ਤਰ੍ਹਾਂ ਹੋ ਜਾਂਦਾ ਹੈ ਨਾ, ਫਿਰ ਉਹਦੇ ਅੰਦਰ ਤਪਸ਼ ਪੈਦਾ ਹੁੰਦੀ ਹੈ। ਉਹਨੂੰ ਹੀ ਤਪੱਸਰਿਆ ਕਿਹਾ ਹੈ। ਪ੍ਰਭੂ ਪ੍ਰੇਮ ਦੀ ਅਗਨ ਤਪੱਸਰਿਆ, ਉਹਦੇ ਨਾਲ ਫਿਰ ਵਾਸ਼ਪੀਭੂਤ ਹੋ ਜਾਂਦਾ ਹੈ ਜਲ।